This is a Red FM Vancouver podcast. Make sure you hit subscribe for more great content. For further info, log on to redfm.ca. ਜਿਹੜੀ ਲੀਡਰਸ਼ਿਪ ਰੇਸ ਦੀ ਗੱਲਬਾਤ ਚੱਲ ਰਹੀ ਸੀ ਰਾਤੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਐਰਨ ਓਟੂਲ ਜਿੱਤ ਗਏ ਨੇ। ਉਮੀਦ ਇਹ ਸੀ ਕਿ ਪੀਟਰ ਮਕੇ ਜਿੱਤ ਜਾਣਗੇ। ਉਹ ਕਹਿੰਦੇ ਸੀ ਕਿ ਇਹ ਲੀਡ ਕਰ ਰਹੇ ਨੇ, ਲੇਕਿਨ ਇਸ ਤਰ੍ਹਾਂ ਹੋ ਨਹੀਂ ਸਕਿਆ। ਦਰਅਸਲ ਜਿਹੜੀ ਲੀਡਰਸ਼ਿਪ ਦੀ ਰੇਸ ਆ ਉਹ ਇਸ ਤਰ੍ਹਾਂ ਜਿਹੜੀ ਫਸਟ ਪਾਸ ਦਾ ਪੋਸਟ ਇਲੈਕਸ਼ਨ ਸਿਸਟਮ ਨਹੀਂ ਹੈ। ਉਸ ਦੇ ਵਿੱਚ ਇਹ ਆ ਕਿ ਜਿਉਂ ਹੀ ਬੈਲਟ ਆਉਂਦੇ ਨੇ ਤਿਉਂ ਜਿਨ੍ਹਾਂ ਨੂੰ ਘੱਟ ਤੋਂ ਘੱਟ ਵੋਟਾਂ ਹੁੰਦੀਆਂ ਨੇ ਉਹ ਐਲੀਮੀਨੇਟ ਹੁੰਦੇ ਰਹਿੰਦੇ ਨੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਰਕ ਸਲੋਨ ਸਨ ਜਿਹੜੇ ਉਹ ਪਹਿਲੇ ਬੈਲਟ ਦੇ ਵਿੱਚ ਹੀ ਆਊਟ ਹੋ ਗਏ, ਐਲੀਮੀਨੇਟ ਹੋ ਗਏ। ਫਿਰ ਦੂਜੇ ਬੈਲਟ ਦੇ ਵਿੱਚ ਲੈਸਲੀ ਲੂਇਸ ਅਤੇ ਸਲੋਨ ਦੋਨਾਂ ਨੇ ਆਪਣੀ ਜਿਹੜੀ ਸਪੋਰਟ ਸੀ ਉਹ ਦੇ ਦਿੱਤੀ ਐਰਨ ਓਟੂਲ ਨੂੰ, ਪੀਟਰ ਮਕੇ ਨੂੰ ਨਹੀਂ ਦਿੱਤੀ। ਔਰ ਉਸ ਮਦਦ ਦੇ ਨਾਲ ਉਹ ਤੀਜੇ ਬੈਲਟ ਦੇ ਵਿੱਚ ਜਿੱਤ ਗਏ। ਜਿੱਤਣ ਦਾ ਵੀ ਜਿਹੜਾ ਫਾਰਮੂਲਾ ਉਹਨਾਂ ਦਾ ਇਹ ਆ, ਵੈਸੇ ਹੁਣ ਸਾਡੇ ਸੁਣਨ ਵਾਲੇ ਜਿਹੜੇ ਉਹ ਬੜੇ ਸਤਰਕ ਹੋ ਗਏ ਆ ਔਰ ਉਹਨਾਂ ਨੂੰ ਬਹੁਤ ਪੋਲੀਟੀਕਲ ਨੌਲੇਜ ਹੋ ਗਈ ਓਵਰ ਦਾ ਈਅਰਸ। ਇਹ ਗੱਲ ਮੈਂ ਹੋਰ ਉਹਨਾਂ ਨੂੰ ਜ਼ਰੂਰ ਦੱਸਣੀ ਚਾਹੁੰਦਾ ਕਿ ਇਹ ਕਿਵੇਂ ਸਿਸਟਮ ਚੱਲਦਾ। ਇਹਨਾਂ ਨੇ ਪੁਆਇੰਟਸ ਰੱਖੇ ਹੋਏ ਆ, ਵੋਟਾਂ ਨਹੀਂ ਪੈਂਦੀਆਂ, ਵੋਟਾਂ ਤਾਂ ਪੈਂਦੀਆਂ ਹੀ ਨੇ। ਦਰਅਸਲ ਵੋਟਾਂ ਵੀ 1,75,000 ਵੋਟਾਂ ਪਈਆਂ। ਬਹੁਤ ਵੱਡੀ ਗਿਣਤੀ 'ਚ ਮੇਲ ਇਨ ਵੋਟਿੰਗ ਸਿਸਟਮ ਸੀ, ਬਹੁਤ ਵੱਡੀ ਗਿਣਤੀ। ਇੰਟੈਰੀਓ ਦੇ ਵਿੱਚੋਂ ਪਹਿਲੀ ਵਾਰੀ ਕੋਈ ਲੀਡਰ ਖੜ੍ਹਾ ਹੋਇਆ ਕੰਜ਼ਰਵੇਟਿਵ ਪਾਰਟੀ ਦਾ। ਆਮ ਤੌਰ 'ਤੇ ਅਲਬਰਟਾ ਇਹਨਾਂ ਦਾ ਹੈੱਡਕੁਆਟਰ ਰਿਹਾ ਹੈ। ਔਰ ਪੀਟਰ ਓਟੂਲ ਜਿਹੜੇ ਨੇ, ਮਾਫ਼ ਕਰਨਾ, ਐਰਨ ਓਟੂਲ ਜਿਹੜੇ ਜਿੱਤੇ ਨੇ ਇਹ ਪੇਸ਼ੇ ਦੇ ਤੌਰ 'ਤੇ ਵਕੀਲ ਨੇ, ਪਾਇਲਟ ਨੇ, ਦਰਅਸਲ ਫਾਈਟਰ ਪਾਇਲਟ ਨੇ, ਹੈਲੀਕਾਪਟਰ ਚਲਾਉਂਦੇ ਰਹੇ ਨੇ। ਔਰ ਉਸ ਤੋਂ ਬਿਨਾਂ ਹੋਰ ਬੜੇ ਤਜਰਬੇ ਨੇ। ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬੜੀ ਐਕਟਿਵ ਰਹੀ ਹੈ। 44 ਸਾਲ ਦੇ ਹਨ, 44 ਈਅਰਸ ਓਲਡ। ਉਹਨਾਂ ਦੇ ਪਿਤਾ ਜੀ ਇੰਟੈਰੀਓ ਦੇ MLA, ਜਿਹਨੂੰ ਅਸੀਂ ਉੱਥੇ MPP ਕਹਿੰਦੇ ਹਾਂ, ਉਹ ਰਹੇ ਬਹੁਤ ਲੰਬਾ ਸਮਾਂ, 19 ਸਾਲ। ਸੋ ਵੋਟਾਂ ਇਹ ਪੈਂਦੀਆਂ ਨੇ ਕਿ ਸਾਡੀਆਂ 338 ਚੋਣ ਹਲਕੇ ਸਾਰੇ ਕੈਨੇਡਾ ਦੇ। ਹਰ ਇੱਕ ਹਲਕੇ ਨੂੰ ਉਹਨਾਂ ਨੇ 100 ਪੁਆਇੰਟ ਦਿੱਤਾ ਹੋਇਆ। ਟੋਟਲ 33,800 ਪੁਆਇੰਟ ਨੇ। ਜਿਹੜਾ ਉਹਨਾਂ 'ਚੋਂ ਵੱਧ ਪੁਆਇੰਟ ਲੈ ਜਾਂਦਾ ਉਹ ਜਿੱਤ ਜਾਂਦਾ। ਸੋ ਇਸੇ ਤਰੀਕੇ ਨਾਲ ਆਧਾਰਿਤ ਤਾਂ ਵੋਟਾਂ 'ਤੇ ਹੀ ਆ। ਸੋ ਪੀਟਰ ਮਕੇ ਨੂੰ 14,528 ਪੁਆਇੰਟ ਮਿਲੇ ਆ, ਜਦ ਕਿ ਐਰਨ ਓਟੂਲ ਨੂੰ 19,271 ਪੁਆਇੰਟ ਮਿਲ ਗਏ ਸਨ। ਸੋ ਇਹ ਪੁਆਇੰਟ ਸਿਸਟਮ ਇਸ ਤਰ੍ਹਾਂ ਕੱਢਿਆ ਹੋਇਆ, ਉਹਨਾਂ ਨੇ ਫਾਰਮੂਲਾ ਬਣਾਇਆ ਹੋਇਆ। ਖੈਰ, ਕੁਛ ਵੀ ਹੋਵੇ, ਹੁਣ ਉਹ ਜਿੱਤ ਗਏ ਨੇ। ਜਿੱਤਣ ਤੋਂ ਬਾਅਦ ਉਹਨਾਂ ਨੇ ਜੋ ਕੁਛ ਕਿਹਾ ਉਹ ਵੀ ਆਪਾਂ ਬਰੋਡਕਾਸਟ ਕਰਦੇ ਹਾਂ। ਲੇਕਿਨ ਉਸ ਤੋਂ ਬਾਅਦ ਹੁਣ ਉਹਨਾਂ ਦੀ ਕੀ ਡਿਊਟੀਜ਼ ਨੇ ਉਸ ਦੀ ਵੀ ਆਪਾਂ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ। ਪਰ ਪਹਿਲਾਂ ਉਹਨਾਂ ਨੇ ਜਿੱਤਣ ਤੋਂ ਬਾਅਦ ਕੀ ਕਿਹਾ ਹੈ। You have given me a clear mission to unite our party, to champion our conservative principles, to show Canadians what we know so well, that Justin Trudeau and his team are failing our great country. We must continue to point out Liberal failings and corruption, but we must also show Canadians our vision for a stronger, prosperous and more united Canada. ਸੋ ਉਹ ਕਹਿੰਦੇ ਕਿ ਪਹਿਲਾ ਕੰਮ ਮੇਰਾ ਇਹ ਹੋਏਗਾ ਕਿ ਸਭ ਤੋਂ ਪਹਿਲਾਂ ਮੈਂ ਪਾਰਟੀ ਦੀ ਯੂਨੀਅਨ ਕਰਨਾ ਚਾਹੁੰਦਾ, ਇਹਨਾਂ ਦੀ ਇਕੱਠ ਨੂੰ ਵਧਾਉਣਾ ਚਾਹੁੰਦਾ, ਏਕਤਾ ਵਧਾਉਣੀ ਚਾਹੁੰਦਾ। ਵਾਕਈ ਪਾਰਟੀ ਦੇ ਵਿੱਚ ਜਿਹੜੀਆਂ ਨਾ ਕਈ ਖਿੰਡੇ ਪੁੰਡੇ ਲੋਕ ਨੇ, ਜਿਸ ਤਰੀਕੇ ਨਾਲ ਐਂਡਰੂ ਸ਼ੀਰ ਨੂੰ ਹਟਾਇਆ ਗਿਆ ਹੈ ਜਾਂ ਹਟੇ ਨੇ, ਉਸ ਤਰੀਕੇ ਨਾਲ ਉਸ ਤੋਂ ਪਹਿਲਾਂ ਜੋ ਉਹਨਾਂ ਨੇ ਕੀਤਾ ਸੀ, ਕਈ ਕੰਮ ਉਹਨਾਂ ਨੇ ਇਹੋ ਜਿਹੇ ਕੀਤੇ ਜਿਹੜੇ ਕਿ ਇਸ ਪਾਰਟੀ ਨੂੰ ਸ਼ੋਭਾ ਨਹੀਂ ਸਨ ਦਿੰਦੇ। ਖੈਰ, ਕੁਛ ਵੀ ਹੋਵੇ, ਪਾਰਟੀ ਦੇ ਵਿੱਚ ਇਹ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਕਈ ਕਿਸਮ ਦੇ ਲੋਕ ਨੇ। ਇਹਦਾ ਨਾਂ ਤਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਹੈ, ਲੇਕਿਨ ਇਸ ਵੇਲੇ ਇਹਦਾ ਨਾਂ, ਇਹਦੇ ਨਾਂ ਬਹੁਤ ਬਦਲਦੇ ਰਹੇ ਨੇ। ਜਦੋਂ ਇਹ ਪਾਰਟੀ ਬਣੀ ਸੀ ਕੰਜ਼ਰਵੇਟਿਵ ਪਾਰਟੀ, ਇਹਦੇ ਵਿੱਚ ਬਹੁਤੇ ਜ਼ਿਆਦਾ ਜਿਹੜੇ ਬਲੂ ਲੋਕ ਸਨ, ਬਲੂ ਟੋਰੀ ਨੇ ਜਿਹੜੇ, ਉਹਨਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਦੀ ਜਿਹੜੀ ਅਪਰੋਚ ਆ ਉਹ ਥੋੜ੍ਹੀ ਜਿਹੀ ਸਖਤ ਹੈ। ਔਰ ਉਸ ਦੇ ਵਿੱਚ ਬਲੂ ਟੋਰੀਜ਼ ਜਿਹੜੇ ਉਹ ਕਾਫੀ ਹੱਦ ਤੱਕ ਜਿਹੜੇ ਨੇ ਫਰੀ ਇਕੋਨਮੀ ਨੂੰ ਪ੍ਰੈਫਰ ਕਰਦੇ ਨੇ ਅਤੇ ਇਹਦੇ ਲਈ ਉਹ ਇਕੋਨਮੀ ਲਈ ਕਾਫੀ ਲਿਬਰਲ ਨੇ, ਲੇਕਿਨ ਉਹ ਚਾਹੁੰਦੇ ਆ ਕਿ ਫਰੀ ਐਂਟਰਪ੍ਰਾਈਜ਼ ਇੱਥੇ ਪ੍ਰਵੇਲ ਕਰੇ। ਉਸ ਤੋਂ ਬਾਅਦ ਇਹ 'ਚ ਬਹੁਤ ਸਾਰੀਆਂ ਵੇਰੀਏਸ਼ਨਸ ਆਉਂਦੀਆਂ ਰਹੀਆਂ।
ਜਿਹੜੇ ਬਲੂ ਟੋਰੀਜ਼ ਦੇ ਵਿੱਚੋਂ ਡੀਫਨ ਵੇਕਰ ਵਗੈਰਾ ਸਾਰੇ ਇਹ ਬਲੂ ਟੋਰੀਜ਼ ਸਨ, ਲੇਕਿਨ ਸਟੀਫਨ ਹਾਰਪਰ ਨੂੰ ਬਲੂ ਟੋਰੀ ਨਹੀਂ ਸਮਝਿਆ ਜਾਂਦਾ। ਔਰ ਉਹ ਜਿਹੜੇ ਸਨ ਉਹ ਸੋਸ਼ਲਿਸਟਿਕ ਕੰਜ਼ਰਵੇਟਿਵ ਵਿਅਕਤੀ ਸਨ। ਸੋਸ਼ਲ ਇਸ਼ੂਜ਼ ਦੇ ਵਿੱਚ ਉਹਨਾਂ ਦੀ ਕਾਫੀ ਜਿਹੜੀ ਦਖਲ ਅੰਦਾਜ਼ੀ ਜਾਂ ਉਹਨਾਂ ਦੀ ਕਾਫੀ ਸੇ ਸੀ। ਔਰ ਦੂਸਰੇ ਪਾਸੇ ਜਿਹੜੇ ਬਲੂ ਟੋਰੀਜ਼ ਨੇ ਇਹਨਾਂ ਦੀ ਅਪਰੋਚ ਬਦਲਦੀ ਰਹੀ ਹੈ ਬਿਲਕੁਲ ਨੇੜੇ ਤੇੜੇ ਹੀ, ਪਰ ਕੌਣ ਸੋਸ਼ਲ ਕੰਜ਼ਰਵੇਟਿਵ ਆ, ਕੌਣ ਜਿਹੜਾ ਕੱਟੜ ਬਲੂ ਕੰਜ਼ਰਵੇਟਿਵ ਆ। ਇਸ ਦੇ ਵਿੱਚ ਜਿਹੜੇ ਰੈੱਡ ਟੋਰੀਜ਼ ਨੇ, ਜਿਵੇਂ ਜੋ ਕਲਾਰਕ ਸੀ, ਇਹ ਰੈੱਡ ਟੋਰੀਜ਼ ਨੇ। ਇਹਨਾਂ ਦੇ ਹੋਰ ਵੀ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਨੇ, ਔਰ ਖ਼ਾਸ ਤੌਰ 'ਤੇ ਅਬੋਰਸ਼ਨ ਦੇ ਇਸ਼ੂ ਦੇ ਉੱਤੇ, ਗੇ ਮੈਰਿਜਸ ਦੇ ਉੱਤੇ, ਹੋਰ ਇਹਨਾਂ ਦੇ ਇਸ਼ੂਜ਼ ਜਿਹੜੇ ਨੇ ਉਹ ਥੋੜ੍ਹੇ ਜਿਹੇ ਵੱਖਰੇ ਆ। ਸੋ ਇਸ ਕਰਕੇ ਜਿਹੜੀ ਐਰਨ ਟੂਲ ਦੀ ਗੱਲ ਆ, ਐਰਨ ਟੂਲ ਪਿਛਲੀ ਇਲੈਕਸ਼ਨ ਦੇ ਵਿੱਚ ਜਦੋਂ ਉਹ ਸ਼ੀਰ ਦੇ ਮੁਕਾਬਲੇ 'ਚ ਲੜੇ ਸਨ, ਉਦੋਂ ਇਹਨਾਂ ਦੀ ਅਪਰੋਚ ਜਿਹੜੀ ਸੀ ਉਹ ਸੋਸ਼ਲ ਕੰਜ਼ਰਵੇਟਿਵ ਵਾਲੀ ਸੀ, ਔਰ ਉਹ ਚੱਲੀ ਨਹੀਂ। ਐਤਕੀ ਇਹਨਾਂ ਨੇ ਬਹੁਤ ਖਿਚਾਈ ਕੀਤੀ। ਐਤਕੀ ਇਹਨਾਂ ਦੇ ਜਿਹੜਾ ਸਾਰਾ ਤੌਰ ਤਰੀਕਾ ਬਦਲਿਆ ਹੋਇਆ ਸੀ। ਐਤਕੀ ਇਹ ਬਹੁਤ ਸਖਤ ਜਿਹੜੀ ਟੋਰੀ ਅਪਰੋਚ ਆ, ਕੰਜ਼ਰਵੇਟਿਵ ਅਪਰੋਚ ਆ, ਉਹ ਵਰਤ ਰਹੇ ਸਨ। ਔਰ ਪ੍ਰਧਾਨ ਮੰਤਰੀ ਨੂੰ ਕਰਪਟ ਕਹਿਣਾ, ਹੋਰ ਕਈ ਗੱਲਾਂ ਉਹਨਾਂ ਨੇ ਇਹੋ ਜਿਹੀਆਂ ਕੀਤੀਆਂ ਆਪਣੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਵੀ, ਜਿੱਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਸੀ। ਐਂਟੈਰੀਓ ਦੇ ਵਿੱਚੋਂ ਫ੍ਰੈਂਚ ਬੋਲਣ ਵਾਲਾ ਜਿਹੜਾ ਵਿਅਕਤੀ ਹੈ ਉਹ ਐਰਨ ਟੂਲ ਹਨ, ਅਤੇ ਹੁਣ ਉਮੀਦ ਰੱਖੀ ਜਾ ਰਹੀ ਹੈ ਕਿ ਉਹ ਜਿਉਂ ਹੀ ਸਤੰਬਰ 23 ਨੂੰ ਪਾਰਲੀਮੈਂਟ ਖੁੱਲ੍ਹਦਾ ਅਤੇ ਫਿਰ ਉਹ ਆਪਣੇ ਰੰਗ ਦਿਖਾਉਣਗੇ। ਕੰਪੈਰੇਟਿਵਲੀ ਹੀ ਇਜ਼ ਅ ਯੰਗ ਮੈਨ, 44 ਸਾਲ ਦੇ ਨੇ, ਔਰ ਫਾਈਟਰ ਪਾਇਲਟ ਰਹੇ ਨੇ। ਛੋਟੇ ਹੁੰਦਿਆਂ ਦੀ ਮਾਂ ਮਰ ਗਈ ਸੀ, ਫੌਜ 'ਚ ਭਰਤੀ ਹੋ ਗਏ। ਫਿਰ ਉਸ ਤੋਂ ਬਾਅਦ ਭਰਤੀ ਹੋਣ ਤੋਂ ਪਿੱਛੋਂ ਫਿਰ ਜਦੋਂ ਉਹ ਐਜ਼ ਰਿਜ਼ਰਵ ਦੇ ਵਿੱਚ ਆਏ ਤਾਂ ਫਿਰ ਉਦੋਂ ਉਹਨਾਂ ਨੇ ਲਾ ਕੀਤਾ। ਜੋ ਲਾ ਕਰ ਰਹੇ ਸਨ, ਰਬੈਕਾ ਨੂੰ ਮਿਲੇ, ਪਿਆਰ ਹੋ ਗਿਆ, ਸ਼ਾਦੀ ਹੋ ਗਈ। ਔਰ ਉਸ ਤੋਂ ਬਾਅਦ ਇਹਨਾਂ ਦੇ ਹਲਕੇ ਦੇ MP ਨੇ ਰਿਜ਼ਾਈਨ ਕਰ ਦਿੱਤਾ, ਔਰ ਉਹਦੇ ਨਾਲ ਬਾਈ ਇਲੈਕਸ਼ਨ ਹੋ ਗਈ। ਉਹ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਖੜਾ ਕਰ ਦਿੱਤਾ, ਇਹ ਜਿੱਤ ਗਏ। ਫਿਰ ਇਹ ਵੈਟਰਨ ਅਫੇਅਰਸ ਦੇ ਮਿਨਿਸਟਰ ਰਹੇ। ਵੈਟਰਨ ਅਫੇਅਰਸ ਦੇ ਮਿਨਿਸਟਰ ਇਹ ਹਾਰਪਰ ਸਰਕਾਰ ਦੇ ਵਿੱਚ ਰਹੇ ਹਨ। ਸੋ ਇਸੇ ਕਰਕੇ ਪੀਟਰ ਮਕੇ ਨਾਲ ਇਹਨਾਂ ਜਦੋਂ ਮੁਕਾਬਲਾ ਕਰਦੇ ਸੀ, ਦੋਨੋਂ ਹੀ ਕੈਬਨਿਟ ਮਿਨਿਸਟਰ ਰਹੇ ਨੇ, ਔਰ ਦੋਨੋਂ ਹੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਸਨ, ਦੋਨੋਂ ਹੀ ਵਕੀਲ ਨੇ। ਸੋ ਕਹਿੰਦੇ ਸੀ ਕਿ ਬਹੁਤ ਮੁਕਾਬਲਾ ਸਖਤ ਹੈ, ਲੇਕਿਨ ਪੀਟਰ ਮਕੇ ਜਿੱਤ ਨਹੀਂ ਸਕੇ। ਔਰ ਹੁਣ ਪੀਟਰ ਮਕੇ ਕੋਲ ਸੀਟ ਵੀ ਹੈ ਨਹੀਂ ਸੀ ਪਾਰਲੀਮੈਂਟ ਦੇ ਵਿੱਚ, ਉਹਨਾਂ ਨੂੰ ਉਹ ਲੜਨੀ ਪੈਣੀ ਸੀ। ਖੈਰ, ਟਰੂਡੋ ਸਰਕਾਰ ਹਾਲੇ ਤਾਂ ਹੁਣ ਵੀ ਚੈਰਿਟੀ ਦੇ ਸਕੈਂਡਲ ਦੇ ਹੇਠ ਰੀਂਗ ਰਹੀ ਹੈ। 23 ਸਤੰਬਰ ਤੱਕ ਸਭ ਕੁਝ ਠੱਪ ਕਰ ਦਿੱਤਾ ਗਿਆ ਤਾਂ ਕਿ ਟਰੂਡੋ ਦੇ ਵਿਰੁੱਧ ਕੋਈ ਕਰਪਸ਼ਨ ਦਾ ਜਿਹੜਾ ਸਬੂਤ ਨਾ ਮਿਲ ਸਕੇ। CERB ਲੈਣ ਵਾਲੇ ਅਤੇ 75% ਸਬਸਿਡੀਆਂ ਲੈਣ ਵਾਲੇ ਜਿਹੜੇ ਟਰੂਡੋ ਦੇ ਵਿਰੁੱਧ ਕੁਝ ਵੀ ਸੁਣਨ ਲਈ ਤਿਆਰ ਨਹੀਂ ਹਨ। 1 ਮਹੀਨਾ $2,000 ਜਿਹੜਾ ਹੋਰ ਮਿਲ ਜਾਏਗਾ, ਫਿਰ ਆਟੋਮੈਟਿਕਲੀ ਇਹ EI ਕਿਕ ਇਨ ਹੋ ਜਾਣੀ ਹੈ। ਪਰ EI ਦੇ ਭੱਤੇ ਦੀ ਰਕਮ ਜਿਹੜੀ ਹੈ ਉਹ ਸਰਵ ਦੇ $2,000 ਨਾਲੋਂ ਘੱਟ ਹੋਏਗੀ। ਇਹ $1,600 ਦੇ ਕਰੀਬ ਮਿਲੇਗਾ। ਟਰੂਡੋ ਭਗਤ ਨੇ ਜਿਹੜੇ ਵੋਟਰ ਨੇ ਉਹਨਾਂ ਦੇ ਟਰੂਡੋ ਦੀ ਚੌਥੀ ਹੇਰਾਫੇਰੀ ਦੀ ਜਿਹੜੀ ਗਲਤੀ ਹੈ ਉਹ ਵੀ ਮਾਫ਼ ਕਰਨ ਨੂੰ ਤਿਆਰ ਨੇ, ਪਰ ਟਰੂਡੋ ਦੇ ਆਲੋਚਕ ਨੇ ਜਿਹੜੇ ਉਹ ਚਾਕੂ ਤਿੱਖੇ ਕਰੀ ਫਿਰਦੇ ਨੇ। ਹੁਣ ਐਰਨ ਟੂਲ ਦੇ ਜਿੱਤਣ ਨਾਲ ਉਹਨਾਂ ਨੇ ਹੋਰ ਸ਼ਹਿ ਫੜ ਲਈ ਹੈ। ਅਕਤੂਬਰ 'ਚ ਦੇਖਦੇ ਹਾਂ ਕਿ ਕੀ ਹੁੰਦਾ। ਸਤੰਬਰ 23 ਦੀ ਗੱਲ ਕਰਦੇ ਨੇ ਉਹ, ਲੇਕਿਨ ਅਕਤੂਬਰ ਦੇ ਵਿੱਚ ਗੱਲ ਚਲੀ ਜਾਣੀ ਆ। ਬੇਭਰੋਸਗੀ ਦਾ ਮਤਾ ਵੀ ਪਾਸ ਹੋ ਸਕਦਾ ਹੈ। ਉਹ ਐਰਨ ਟੂਲ ਆਪਣੀ ਪਰਫਾਰਮੈਂਸ ਕਿਹੋ ਜਿਹੀ ਦਿੰਦੇ ਨੇ, ਇਹ ਹੁਣ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਟਰੂਡੋ ਨੇ ਪਾਰਲੀਮੈਂਟ ਨੂੰ ਪ੍ਰੋਰੋਗ ਕਰਕੇ ਜਿਹੜੀ ਸਾਰੀ ਕਾਰਵਾਈ ਠੱਪ ਕਰ ਦਿੱਤੀ। ਟਰੂਡੋ ਦੇ ਜਿਹੜੇ ਖੱਬੇ ਸੱਜੇ ਦਫ਼ਤਰੀ ਬਾਬੂ ਤੇ ਬਾਬੂ ਆਣੀਆਂ ਨੇ ਉਹ ਸੁੱਖਾਂ ਸੁੱਖ ਰਹੇ ਆ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਹੀ ਕਰੋਨਾ ਦੇ ਵਾਇਰਸ ਦੀ ਜੇ ਦੂਜੀ ਹਨੇਰੀ ਇੰਨੀ ਤੇਜ਼ ਆ ਜਾਏ ਕਿ ਟਰੂਡੋ ਦੇ ਵਿਰੁੱਧ ਜੋ ਵੀ ਸਿੱਧਾ ਪੱਤਾ ਵਿਰੋਧੀ ਪਾਰਟੀ ਇਕੱਠਾ ਕਰੀ ਬੈਠੀ ਆ ਉਹ ਸਭ ਕੁਝ ਇਸ ਕਰੋਨਾ ਦੀ ਹਨੇਰੀ 'ਚ ਉੱਡ ਜਾਏ। ਸਰਕਾਰ ਇੱਕ ਵਾਰੀ ਫੇਰ ਸਰਕਾਰੀ ਏਜੰਸੀਆਂ ਰਾਹੀਂ ਆਪਣਾ ਮਣਾ ਮੂੰਹ ਹੋਰ ਪੈਸੇ ਸੁੱਟ ਕੇ ਜਨਤਾ ਦੀ ਯਾਦਾਸ਼ਤ ਸ਼ਕਤੀ ਧੁੰਦਲੀ ਕਰ ਸਕਣ। ਇਸ ਕਿਸਮ ਦੀਆਂ ਪਾਲਿਸੀਆਂ, ਨੀਤੀਆਂ, ਸਾਈਕੋਲੋਜਿਸਟ ਜਿਹੜੇ ਐਡਵਾਈਜ਼ਰ ਨੇ ਉਹਨਾਂ ਕੋਲ ਕਾਫੀ ਟਾਈਮ ਹੈ ਇਹ ਜਮ੍ਹਾਂ ਤਫਰੀਕਾਂ ਕਰਨ ਦਾ। ਟਰੂਡੋ ਦੇ ਦੁਆਲੇ ਜਿਹੜੇ ਪ੍ਰਧਾਨ ਮੰਤਰੀ ਦੇ ਦਫ਼ਤਰੀ ਬਾਬੂ ਤੇ ਬਾਬੂ ਆਣੀਆਂ ਨੇ, ਉਹਨਾਂ ਦੇ ਪਰਿਵਾਰ ਸਭ ਦੀ ਰੋਟੀ ਰੋਜ਼ੀ ਟਰੂਡੋ ਨਾਲ ਜੁੜੀ ਹੋਈ ਹੈ। ਜੈਰਲ ਬੱਟ, ਕੇਟੀ ਟੈਲਫੋਰਡ, ਉਸਦੇ ਘਰਵਾਲਾ, ਸਿਲਵਰ ਮੋਰਨੋ ਦੇ ਪਿਆਦੇ, ਅਜਿਹੇ 100 ਦੇ ਕਰੀਬ ਇਹ ਟੁੱਕੜ ਬੋਚ ਨੇ। ਇਹਨਾਂ ਦੀ ਧਾੜ ਹੈ ਜਿਹੜੀ ਕਿ ਕਵਰ ਅਪ 'ਤੇ ਲੱਗੀ ਹੋਈ ਹੈ।
ਟਰੂਡੋ ਦੇ ਜਾਣ ਨਾਲ ਇਹਨਾਂ ਸਭ ਦਾ ਬਿਸਤਰਾ ਗੋਲ ਹੋ ਸਕਦਾ ਹੈ, ਪਰ 23 ਸਤੰਬਰ ਤੱਕ ਇਹ ਲੋਕ ਟਰੂਡੋ ਦੇ ਖੰਭਾਂ ਹੇਠ ਡੁੱਬ ਕੇ ਬੈਠੇ ਆ। ਉਸ ਦੇ ਪਿੱਛੋਂ ਫੇਰ ਆਪੋ ਤਾਪ ਪੈ ਸਕਦੀ ਹੈ, ਪਰ ਜੇ ਕਰੋਨਾ ਦੀ ਸੈਕੰਡ ਫੇਜ਼ ਦੀ ਹਨੇਰੀ ਝੁੱਲ ਗਈ, ਲੋਕਾਂ ਦਾ ਧਿਆਨ ਦੂਸਰੇ ਪਾਸੇ ਜਾ ਸਕਦਾ ਹੈ। ਲੇਕਿਨ ਐਰਨ ਓਟੂਲ ਕਿਵੇਂ ਪਰਫਾਰਮ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ, ਖਾਸ ਤੌਰ 'ਤੇ ਪਾਰਲੀਮੈਂਟ ਖੁੱਲ੍ਹਣ ਵੇਲੇ, ਕਿ ਉਹ ਇੱਕ ਪ੍ਰਧਾਨ ਮੰਤਰੀ ਦੀ ਤਰ੍ਹਾਂ ਆਪਣੇ ਆਪ ਨੂੰ ਕੰਡਕਟ ਕਰਦੇ ਨੇ? ਕਿਉਂਕਿ ਮਿਸਟਰ ਪੋਲੀਵਰ ਜਿਹੜੇ ਨੇ ਉਹ ਬਹੁਤ ਅੱਛੇ ਸਪੀਕਰ ਨੇ, ਬਹੁਤ ਉਹਨਾਂ ਨੇ ਵਧੀਆ ਗੱਲਾਂ ਕੀਤੀਆਂ, ਪਰ ਕਈ ਵਾਰੀ ਉਹ ਜੋਸ਼ ਦੇ ਵਿੱਚ ਇੰਨਾ ਆ ਜਾਂਦੇ ਆ ਕਿ ਆਪਣਾ ਹੋਸ਼ ਖੋ ਬੈਠਦੇ ਆ। ਪਾਰਲੀਮੈਂਟ ਦੇ ਵਿੱਚ ਜਾਂ ਖਾਸ ਤੌਰ ਦੇ ਉੱਤੇ ਨੈਸ਼ਨਲ ਲੈਵਲ 'ਤੇ ਜਿਹੜੇ ਪੋਲੀਟੀਸ਼ੀਅਨ ਨੇ, ਆਮ ਤੌਰ 'ਤੇ ਉਹ ਕਾਮ ਰਹਿ ਕੇ ਬਹੁਤ ਤਿੱਖੀ ਗੱਲ ਕਰ ਸਕਦੇ ਆ। ਵਜ਼ਨਦਾਰ ਗੱਲ ਕਰਨੀ ਹੈ ਜਦੋਂ, ਤਾਂ ਉਹ ਉੱਚੀ ਚੀਕਾਂ ਮਾਰ ਕੇ ਨਹੀਂ ਕੀਤੀ ਜਾ ਸਕਦੀ, ਔਰ ਨਾ ਹੀ ਕਰਨੀ ਚਾਹੀਦੀ ਹੈ। ਸੋ ਲੋਕ ਉਹ ਮੋਨੀਟਰ ਕਰਦੇ ਰਹੇ ਨੇ। ਪੋਲੀਵਰ ਉਹਨਾਂ ਦੀ ਚੰਗੀ ਭੂਮਿਕਾ ਰਹੀ, ਔਰ ਉਹ ਪਛੜੇ ਉਡਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਪਰ ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਪਾਰਲੀਮੈਂਟ ਵਿੱਚ ਇੱਕ ਵਿਰੋਧੀ ਧਿਰ ਦੀ ਪਾਰਟੀ, ਜਿਹਦੇ ਕੋਲ 121 ਸੀਟਾਂ ਵਾਲਾ ਲੀਡਰ, 121 MP ਨੇ ਉਹਨਾਂ ਕੋਲੇ, ਸੋ ਉਹਨਾਂ ਨੇ ਹੁਣ ਕਿਸ ਤਰ੍ਹਾਂ ਪਰਫਾਰਮ ਕਰਨਾ, ਇਹ ਇੱਕ ਸੈਕੰਡ ਚੈਲੰਜ ਹੋਏਗਾ। ਫਸਟ ਚੈਲੰਜ ਉਹਨਾਂ ਦਾ ਇਹ ਹੈ ਕਿ ਪਾਰਟੀ ਨੂੰ ਇਕੱਠਾ ਕਿਵੇਂ ਰੱਖਿਆ ਜਾਏ, ਏਕਤਾ ਕਿਵੇਂ ਪੈਦਾ ਕੀਤੀ ਜਾਏ। ਆਮ ਤੌਰ ਦੇ ਉੱਤੇ ਹੁਣ ਦੇਖੋ, ਪੀਟਰ ਮਕੇ, ਸ਼ੀਅਰ ਗਰੁੱਪ ਅਤੇ ਹੋਰ ਕਈ ਗਰੁੱਪ ਨੇ ਮਾਯੂਸੀ ਹੋ ਜਾਂਦੀ ਹਾਰਨ ਪਿੱਛੋਂ, ਲੇਕਿਨ ਉਸ ਨੂੰ ਕਿਵੇਂ ਉਹ ਹੈਂਡਲ ਕਰਦੇ ਨੇ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਦੇਖਦੇ ਨੇ, ਗੱਲਬਾਤ ਕਰਦੇ ਨੇ। ਇਹਦੇ ਵਿੱਚ ਇਹ ਆ ਕਿ ਅਗਲੀ ਇਲੈਕਸ਼ਨ ਕਦੋਂ ਹੋ ਸਕਦੀ ਹੈ, ਕੀ ਹੋ ਵੀ ਸਕਦੀ ਹੈ ਜਾਂ ਨਹੀਂ। ਕੰਜ਼ਰਵੇਟਿਵ ਇਕੱਲੀ ਹੈ ਜਿਹੜੀ ਹੈ ਉਹ ਸਰਕਾਰ ਨਹੀਂ ਸਿੱਟ ਸਕਦੀ, ਇਸ ਪਾਰਟੀ ਨੂੰ ਸਪੋਰਟ ਦੀ ਜ਼ਰੂਰਤ ਹੈ। ਸੋ ਉਹ ਦੂਜੀਆਂ ਪਾਰਟੀਆਂ ਨਾਲ ਕਿਵੇਂ ਡੀਲ ਕਰਦੇ ਨੇ, ਇਹ ਕਈ ਕਿਸਮ ਦੇ ਇਸ਼ੂਜ਼ ਨੇ ਜਿਹੜੇ ਕਿ ਹੁਣ 23 ਸਤੰਬਰ ਤੋਂ ਬਾਅਦ ਆਪਾਂ ਨੂੰ ਪਤਾ ਲੱਗਣਗੇ। ਲੇਕਿਨ ਕੰਜ਼ਰਵੇਟਿਵ ਪਾਰਟੀ ਹੈ ਜਿਹੜੀ, ਇਹ ਨਵੀਂ ਲੀਡਰਸ਼ਿਪ ਅਧੀਨ ਹੈ। ਲੀਡਰ ਮੈਟਰ ਕਰਦਾ, ਲੀਡਰ ਕੌਣ ਹੈ, ਕਿਸ ਦਿਸ਼ਾ 'ਚ ਲੈ ਕੇ ਜਾਣਾ ਚਾਹੁੰਦਾ। ਫੌਜਾਂ ਦਾ ਕਮਾਂਡਰ ਹੈ ਜਿਹੜਾ, ਉਹ ਬਹੁਤ ਦੂਰ ਅੰਦੇਸ਼ ਚਾਹੀਦਾ ਹੈ, ਔਰ ਉਹਦੇ ਕੋਲ ਲੌਜਿਕ ਚਾਹੀਦਾ ਹੈ। ਬਹੁਤ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਔਰ ਉਹ ਕਲੀਨ ਚਾਹੀਦਾ, ਪਾਕ ਦਾਮਨ ਚਾਹੀਦਾ। ਐਰਨ ਓਟੂਲ ਫੌਜੀ ਬੰਦਾ, ਔਰ ਪਹਿਲਾਂ ਕੈਬਨਿਟ ਮਿਨਿਸਟਰ ਰਹਿ ਚੁੱਕੇ ਨੇ। ਬਹੁਤ ਉਮੀਦਾਂ ਨੇ ਲੋਕਾਂ ਨੂੰ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.